ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सन्मानयोग गुरु की साजी और नवाजी हुई गुरु सबरूप गुरु खालसा साध संगत जियो धनता दे पात्र हो। अमृत वेले तो सतगुरु नौवें पातशाह जगत गुरु श्री गुरु तेग बहादुर साहब जी दे पवित्र पावन चरण छो प्राप्त इतिहासक स्थान ते हाजरियां भर के अपने जीवन दियां घड़ियां गुरु लेखे ला के आप जी सफला और सकारथा कर रहे। देन दुनिया दे मालक सतगुरु श्री गुरु ग्रंथ साहब जी दे पवित्र दर्शन परस रहे हो। सतगुरु जी ने अमृत वेले तख्तां ते सुभाएमान हुंदियां प्रकाशमान हुंदियां संगतां नूं दर्शन दिदारे बख्शदियां जो पावन पवित्र हुक्मनामे दी दात मुख वाक दी दात सतगुरां ने सानू बख्शिश कीती है। आओ कुछ समय लई अपनियां सुरतियां बिरतियां गुरुदेव दे पवित्र चरण कमलां नाल जोड़िए। पंचम पातशाह जगत गुरु श्री गुरु अर्जन देव साहब जी महाराज जी दी उचारण कीती हुई राग सूही दी अष्टपदी है। श्री गुरु ग्रंथ साहब जी दी चल रही लड़ीवार कथा दे दौरान परसों आपां इस वेले शब्द गुरु साहब दी किरपा नाल विचारिया सी। अज मुख वाक दे रूप विच पावन शब्द प्राप्त होया है। आओ मन बिरतियां एकागर करिए। गुरुदेव दे पवित्र चरण कमलां दा ध्यान अपने हिरदे च धारण करदिआं अपनी रसना नूं पवित्र करदिआं समूह माई भाई आखो जी सतनाम श्री वाहेगुरु साहिब जी सतनाम श्री वाहेगुरु साहिब जी सतनाम श्री वाहिगुरु साहिब जी। राग सूही महला पंजवा घर तीजा इक ओंकार सतगुर प्रसाद। राग सूही है। शब्द महाराज पंजवें पातशाह धन गुरु अर्जन देव साहब उचारण कर रहे हैं। घर तीजे सुर ताल विच गायन करन दा हुक्म है। शब्द की आरंभता तो पहला प्रारंभ विच सतगुरां ने मंगलाचरण कीता है। एक अद्वितीय ओंकार जो सारियां विच व्यापक है और सर्ब दा प्रकाशक है, जिस दी लो जिस दी रोशनी सारियां विच है। संसार दे जितने भी जीवां विच चेतनता है उस चेतनता नूं देण वाला चेतना नूं प्रकाश करन वाला काल पुरख ओंकार। सत दा उपदेश देण वाले गुरु दी किरपा द्वारा तिस दी प्राप्ति हुंदी। ये मंगलाचरण करके महाराज जी शब्द की प्रारंभता करते हैं। मिथा ना मोह अगन शोक सागर। ये संसार मिथ्या जो साडी कल्पना तो वध कुछ नहीं। कल्पना है इस करके मिथ्या। इस मिथ्या पसारे दा जिहड़ा मोह है वो भी मिथ्या। पूरे अग दा सोक सागर है, अग्नि दा समुंदर है।
ਜਦੋਂ ਅੱਗ ਦਾ ਸਾਗਰ ਕਹਿੰਦੇ ਨੇ ਸਤਿਗੁਰੂ ਸੰਸਾਰ ਨੂੰ, ਤਾਂ ਇਹਦੇ ਵਿੱਚ ਕਿਤਨੇ ਪ੍ਰਕਾਰ ਦੀ ਅਗਨੀ ਹੈ ਜਿਹੜੀ ਮਨੁੱਖਾਂ ਨੂੰ ਦਾਹ ਰਹੀ ਹੈ, ਸਾੜ ਰਹੀ ਹੈ। ਤਾਂ ਪਾਤਸ਼ਾਹ ਕਹਿੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹਿੰਸਾ ਦੀ ਅਗਨੀ, ਰਾਗ ਲਗਾਵ ਦੀ ਅਗਨੀ, ਹੇਤ ਮੋਹ, ਲੋਭ ਦੀ ਅਗਨੀ, ਕ੍ਰੋਧ ਦੀ ਅਗਨੀ। ਪਵਹਿ ਦੱਜੈ ਨਾਨਕਾ ਤਰੀਆ ਚਰਨੀ ਲਗ। ਜਿਹੜਾ ਜਿਹੜਾ ਇਸ ਅੱਗ ਦੀ ਨਦੀ ਚ ਪੈ ਜਾਂਦਾ, ਮਹਾਰਾਜ ਜੀ ਕਹਿੰਦੇ ਉਹ ਸੜ ਜਾਂਦਾ, ਜੜ ਜਾਂਦਾ। ਤਰਦਾ ਹੈ ਉਹ ਜਿਹੜਾ ਗੁਰੂ ਦੇ ਚਰਨਾਂ ਨਾਲ ਲੱਗ ਜਾਏ, ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਉਹ ਇਸ ਅੱਗ ਦੇ ਸਮੁੰਦਰ ਤੋਂ ਬਚ ਜਾਂਦਾ। ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ, ਹੇ ਅਕਾਲ ਪੁਰਖ, ਇਹ ਸੰਸਾਰ ਅਗਨੀ ਦਾ ਸਾਗਰ ਹੈ, ਔਰ ਇਹਦੇ ਚ ਸੋਕ ਹੀ ਸੋਕ ਹੈ, ਦੁੱਖ ਹੀ ਦੁੱਖ ਹੈ। ਨਾਨਕ ਦੁਖੀਆ ਸਭ ਸੰਸਾਰ। ਮੈਂ ਜਾਣਿਆ ਸੀ ਦੁੱਖ ਮੈਨੂੰ ਹੈ, ਪਰ ਦੁੱਖ ਸਾਰੇ ਜਗਤ ਨੂੰ ਹੈ। ਦੇਖਿਆ ਉੱਚੇ ਚੜ ਕੇ ਤਾਂ ਘਰ ਘਰ ਵਿੱਚ ਦੁੱਖਾਂ ਦੀ ਇਹ ਅਗਨੀ ਬਲ ਰਹੀ। ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜਗ। ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਹ ਅਗਨੀ ਦਾ ਸਮੁੰਦਰ ਹੈ, ਇਹ ਅੱਗ ਦਾ ਸਾਗਰ ਹੈ। ਹਾਂਜੀ। ਕਰ ਕਿਰਪਾ ਉਧਰ ਹਰ ਨਾਗਰ। ਏ ਹਰੀ ਨਾਗਰ, ਸਾਡੇ ਤੇ ਕਿਰਪਾ ਕਰੋ ਕਿ ਅਸੀਂ ਇਸ ਅੱਗ ਦੇ ਸਮੁੰਦਰ ਤੋਂ, ਅੱਗ ਦੇ ਸਾਗਰ ਤੋਂ ਉਧਰ ਸਕੀਏ, ਬਚ ਸਕੀਏ। ਕਿਰਪਾ ਕਰੋ। ਇਹ ਅੱਗ ਦਾ ਸਾਗਰ ਹੈ ਮਹਾਰਾਜ, ਸਾਡੇ ਤੇ ਕਿਰਪਾ ਕਰੋ ਕਿ ਅਸੀਂ ਇਸ ਅੱਗ ਦੇ ਸਾਗਰ ਤੋਂ ਉਧਰ ਜਾਈਏ, ਇਹਦੇ ਤੋਂ ਸਾਡਾ ਪਾਰ ਉਤਾਰਾ ਹੋ ਜਾਏ। ਹਾਂਜੀ। ਚਰਨ ਕਮਲ ਸ਼ਰਣਾਈ ਨਾਰਾਇਣ। ਹੇ ਪ੍ਰਭੂ, ਤੁਹਾਡੇ ਚਰਨਾਂ ਕਮਲਾਂ ਦੀ ਅਸੀਂ ਸ਼ਰਨ ਵਿੱਚ ਹਾਂ। ਹੇ ਨਾਰਾਇਣ, ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਅਸੀਂ ਸ਼ਰਣਾਏ, ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਦੀਨਾਨਾਥ ਭਗਤ ਪਰਾਇਣ। ਮਹਾਰਾਜ ਜੀ, ਤੁਸੀਂ ਦੀਨਾਨਾਥ ਹੋ ਔਰ ਆਪਣੇ ਭਗਤਾਂ ਦੇ ਅਧੀਨ ਹੋ। ਜੋ ਤੁਹਾਡੇ ਭਗਤ ਤੁਹਾਨੂੰ ਆਖਦੇ ਨੇ ਤੁਸੀਂ ਪ੍ਰਵਾਨ ਕਰਦੇ ਹੋ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ, ਸੱਚ ਹੋਵੇ ਭਗਤ ਪਰਾਇਣ। ਭਗਤਾਂ ਦੇ ਅਧੀਨ ਹੋ। ਸਾਰਾ ਸੰਸਾਰ ਤੁਹਾਡੇ ਅਧੀਨ ਹੈ ਔਰ ਤੁਸੀਂ ਖੁਦ ਆਪ ਭਗਤਾਂ ਦੇ ਅਧੀਨ ਹੋ। ਔਰ ਫਿਰ ਦੀਨਾਂ ਦੇ ਨਾਥ ਹੋ। ਦੀਨ ਦਾ ਮਤਲਬ ਹੁੰਦਾ ਹੈ ਦੁਖੀ। ਜੋ ਦੁਖੀ ਨੇ ਉਹਨਾਂ ਦੇ ਨਾਥ। ਦੀਨਾਨਾਥ ਦਿਆਲ ਮੇਰਾ ਸੁਆਮੀ। ਇਹ ਸੁਆਮੀ ਜੀ, ਤੁਸੀਂ ਦੀਨਾਂ ਦੇ ਨਾਥ ਹੋ। ਰਹਾਉ ਅਨਾਥਾ ਨਾਥ ਭਗਤ ਭੈ ਮੀਟਨਾ। ਅਨਾਥਾਂ ਦੇ ਨਾਥ ਹੋ। ਜੋ ਅਨਾਥ ਨੇ ਉਹਨਾਂ ਦੇ ਮਾਲਕ, ਉਹਨਾਂ ਦੇ ਸੁਆਮੀ। ਔਰ ਆਪਣੇ ਭਗਤਾਂ ਦਾ ਭੈ, ਆਪਣੇ ਭਗਤਾਂ ਦਾ ਡਰ, ਉਹ ਮੇਟਣ ਵਾਲੇ ਹੋ, ਦੂਰ ਕਰਨ ਵਾਲੇ। ਤੁਹਾਡੇ ਭਗਤਾਂ ਦੇ ਹਿਰਦੇ 'ਚ ਅਗਰ ਕੋਈ ਭੈ ਹੈ ਤਾਂ ਉਸ ਭੈ ਨੂੰ, ਜਨਮ ਮਰਨ ਦੇ ਭੈ ਨੂੰ, ਪਾਪ ਕਰਮਾਂ ਦੇ ਭੈ ਨੂੰ, ਉਹਨਾਂ ਦੇ ਫਲ ਦੇ ਭੈ ਨੂੰ ਮਹਾਰਾਜ ਜੀ ਤੁਸੀਂ ਮੇਟਣ ਵਾਲੇ ਹੋ। ਸਾਧ
ਸਾਧ ਸੰਗ ਜਮ ਦੂਤ ਨਾ ਭੇਟਨ। ਜਿਹੜੇ ਸਾਧ ਸੰਗਤ ਕਰਦੇ ਨੇ ਉਹਨਾਂ ਦਾ ਜਮ ਦੂਤਾਂ ਨਾਲ ਮੇਲ ਨਹੀਂ ਹੁੰਦਾ, ਉਹਨਾਂ ਦੀ ਜਮ ਦੂਤਾਂ ਨਾਲ ਭੇਟ ਨਹੀਂ ਹੁੰਦੀ, ਜਿਹੜੇ ਸਾਧ ਸੰਗਤ ਵਿੱਚ ਜੁੜਦੇ ਆ। ਸਾਧ ਸੰਗਤ ਦਾ ਵੱਡਾ ਪ੍ਰਤਾਪ ਹੈ। ਸੁਖ ਰਾਜੇ ਹਰੀ ਚੰਦ ਦੇ ਨਾਰ ਸੁਤਾਰਾ ਲੋਚਨ ਰਾਣੀ, ਭਾਈ ਗੁਰਦਾਸ। ਸਾਧ ਸੰਗਤਾ ਰਾਧਿਆ ਜੋੜੀ ਜੁੜੀ ਖੜਾਵ ਪ੍ਰਾਣੀ। ਸਾਧ ਸੰਗਤ ਦਾ ਵੱਡਾ ਪ੍ਰਤਾਪ ਹੈ। ਜਿਹੜੇ ਸਾਧ ਸੰਗਤ ਵਿੱਚ ਮਿਲਦੇ ਨੇ, ਸਾਧ ਸੰਗਤ ਕਰਦੇ ਨੇ, ਮਹਾਰਾਜ ਉਹਨਾਂ ਦੀ ਜਮ ਦੂਤਾਂ ਨਾਲ ਭੇਟ ਨਹੀਂ ਹੁੰਦੀ, ਉਹ ਜਮ ਦੂਤਾਂ ਨਾਲ ਨਹੀਂ ਮਿਲਦੇ। ਜੀਵਨ ਰੂਪ ਅਨੂਪ ਦਇਆਲਾ। ਮਹਾਰਾਜ ਜੀ ਤੁਸੀਂ ਸੰਸਾਰ ਦੇ ਸਮਸਤ ਜੀਵਾਂ ਦਾ ਜੀਵਨ ਹੋ। ਸਾਰੇ ਸੰਸਾਰ ਦੇ ਜੀਵਾਂ ਦਾ ਜੀਵਨ ਪਰਮੇਸ਼ਰ ਹੈ, ਉਸੇ ਕਰਕੇ ਸਾਰਿਆਂ ਦਾ ਜੀਵਨ ਹੈ, ਉਸ ਦੀ ਸੱਤਾ ਕਰਕੇ ਸਮਸਤ ਦਾ ਜੀਵਨ ਹੈ। ਤੋ ਸਾਰੇ ਸੰਸਾਰ ਦਾ ਤੁਸੀਂ ਜੀਵਨ ਰੂਪ ਹੋ ਔਰ ਅਨੂਪ ਹੋ। ਉਪਮਾ ਤੋਂ ਰਹਿਤ ਹੋ। ਮਹਾਰਾਜ ਸੰਸਾਰ ਦੇ ਸਮਸਤ ਜੀਵਾਂ ਤੇ ਦਇਆ ਕਰਨ ਵਾਲੇ ਤੁਸੀਂ ਦਿਆਲੂ ਹੋ। ਰਾਵਣ ਗੁਣਾ ਕੱਟਿਐ ਜਮ ਜਾਲਾ। ਤੁਹਾਡੇ ਗੁਣਾਂ ਨੂੰ ਜਿਹੜੇ ਰਵਦੇ ਨੇ, ਉਚਾਰਦੇ ਨੇ, ਉਹਨਾਂ ਦੀਆਂ ਜਮਾਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਨੇ, ਜਮਾਂ ਦੇ ਜਾਲ ਕੱਟੇ ਜਾਂਦੇ। ਜਿਹੜੇ ਵੀ ਮਾਈ ਭਾਈ ਤੁਹਾਡੇ ਗੁਣਾਂ ਨੂੰ ਰਵਦੇ ਨੇ, ਉਚਾਰਦੇ ਨੇ, ਉਹਨਾਂ ਦੀਆਂ ਜਮਾਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਹਨ। ਅੰਮ੍ਰਿਤ ਨਾਮ ਰਸਨ ਨਿਤ ਜਾਪੈ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਨਾਲ ਨਿਤ ਜਪਦੇ ਨੇ, ਨਿਤ ਜਪੀਐ। ਜਿਹੜੇ ਨਿਤ ਹੀ ਜਪਦੇ ਨੇ ਵਾਹਿਗੁਰੂ ਵਾਹਿਗੁਰੂ, ਜਿਹੜੇ ਨਿਤ ਅੰਮ੍ਰਿਤ ਨਾਮ ਨੂੰ ਜਪਦੇ ਹਨ, ਅਰੋਗ ਰੂਪ ਮਾਇਆ ਨਾ ਵਿਆਪੈ। ਉਹਨਾਂ ਨੂੰ ਰੋਗ ਰੂਪ ਜਿਹੜੀ ਇਹ ਮਾਇਆ ਹੈ, ਕਿਉਂਕਿ ਮਾਇਆ ਨੂੰ ਰੋਗ ਰੂਪ ਵਰਣਨ ਕੀਤਾ ਸਤਿਗੁਰਾਂ ਨੇ, ਰੋਗ ਹੀ ਹੈ ਨਾ। ਇਹ ਸੰਸਾਰ ਦੇ ਵਿੱਚ ਵਿਚਰਨ ਵਾਲੀ ਜਿਹੜੀ ਮਾਇਆ ਹੈ, ਇਹ ਰੋਗ ਰੂਪ ਮਾਇਆ ਫਿਰ ਉਹਨਾਂ ਨੂੰ ਨਹੀਂ ਵਿਆਪਦੀ ਮਹਾਰਾਜ, ਜਿਹੜੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਨਾਲ ਨਿਤ ਜਪਦੇ ਨੇ। ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾਉਂਦੀ। ਨਕਟੀ ਕੋ ਠਨਗਨ ਬਾਡਾ ਡੂੰ, ਕਹਿਣਾ ਬਵੇਕੀ ਕਾਟੀ ਤੂੰ। ਇਹ ਜਿਹੜੀ ਨਕਟੀ ਹੈ ਨਾ, ਨੱਕ ਵੱਡੀ ਮਾਇਆ, ਮਹਾਰਾਜ ਜਿਹੜੇ ਤੁਹਾਡਾ ਨਾਮ ਜਪਦੇ ਨੇ, ਉਹਨਾਂ ਬਵੇਕੀਆਂ ਨੇ, ਵਿਚਾਰਵਾਨਾਂ ਨੇ ਇਹਨੂੰ ਕੱਟ ਕੇ ਆਪਣੇ ਹਿਰਦੇ ਚੋਂ ਕੱਢ ਦਿੱਤਾ। ਉਹ ਇਹਨੂੰ ਜੜ ਸਮਝਦੇ ਆ ਵੀ ਇਹ ਮਾਇਆ ਜੜ ਹੈ। ਪਰਮਾਤਮਾ ਦੀ ਚੇਤਨਾ ਕਰਕੇ ਮਾਇਆ ਚੇਸ਼ਟਾ ਕਰਦੀ ਹੈ, ਕਿਰਿਆਵਾਨ ਹੁੰਦੀ ਹੈ। ਇਸ ਕਰਕੇ ਮਾਇਆ ਨੂੰ ਜੜ ਰੂਪ ਜਾਣਦੇ ਨੇ। ਨਾਮ ਜਪਣ ਵਾਲੇ ਗੁਰਮੁਖਾਂ ਤੇ ਮਾਇਆ ਦਾ ਇਹ ਰੋਗ ਨਹੀਂ ਲੱਗਦਾ, ਉਹਨਾਂ ਨੂੰ ਇਹ ਰੋਗ ਨਹੀਂ ਵਿਆਪਦਾ। ਜਾਪ ਗੋਬਿੰਦ ਸੰਗੀ ਸਭ ਤਾਰੇ। ਜਿਨ੍ਹਾਂ ਨੇ ਗੋਬਿੰਦ ਦੇ ਜਾਪ ਨੂੰ ਜਪਿਆ, ਪਰਮੇਸ਼ਰ ਦੇ ਜਾਪ ਨੂੰ ਜਪਿਆ, ਉਹ ਆਪ ਜਿੱਥੇ ਤਰੇ ਨੇ, ਉਹਨਾਂ ਨੇ ਆਪਣੇ ਨਾਲ ਆਪਣੇ ਸੰਗੀਆਂ ਨੂੰ ਵੀ ਤਾਰ ਲਿਆ। ਗੋਬਿੰਦ ਦੇ ਜਾਪ ਨੂੰ ਜਪ ਕੇ ਜਪਣ ਵਾਲਿਆਂ ਨੇ ਆਪ ਜਿੱਥੇ ਮੁਕਤ ਹੋਏ ਨੇ, ਉੱਥੇ ਉਹਨਾਂ ਆਪਣੇ ਨਾਲ ਆਪਣੇ ਸੰਗੀ ਵੀ ਤਾਰ ਲਏ ਹਨ। ਪੋਹਤ ਨਾਹੀ ਪੰਚ ਬਟਵਾਰੀ। ਨਾਮ ਜਪਣ ਵਾਲੇ ਗੁਰਮੁਖਾਂ ਨੂੰ ਇਹ ਜਿਹੜੇ ਪੰਜ ਰਾਹ ਮਾਰ ਨੇ ਨਾ, ਕਾਮ ਕ੍ਰੋਧ ਆਦਿਕ, ਇਹ ਪਹੁੰਚਦੇ ਨਹੀਂ ਹਨ, ਉਹਨਾਂ ਵੱਲ ਵੇਖ ਵੀ ਨਹੀਂ ਸਕਦੇ। ਇਹ ਰਾਹ ਮਾਰ ਉਹਨਾਂ ਦੇ ਨੇੜੇ ਨਹੀਂ ਆਉਂਦੇ। ਮਨ ਬਾਚ ਕ੍ਰਮ ਪ੍ਰਭ ਏਕ ਧਿਆਈ। ਜਿਹੜੇ ਮਨ ਬਾਚੁਰ ਕਰਮ ਕਰਕੇ ਇੱਕ ਨੂੰ ਧਿਆਉਂਦੇ ਨੇ। ਜਦੋਂ ਮਨ ਬਚ ਕਰਮ ਦੀ ਬਾਤ ਆਉਂਦੀ ਹੈ ਨਾ,
ਉਦੋਂ ਕਿਤੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਵੀ ਅਸੀਂ ਜੋ ਮਨ ਕਰਕੇ ਸੋਚਦੇ ਆਂ ਜਾਂ ਕਰਦੇ ਆਂ ਉਹ ਅਸੀਂ ਬਚਨ ਤੋਂ ਨਹੀਂ ਉਚਾਰਦੇ, ਜ਼ੁਬਾਨ ਤੋਂ ਨਹੀਂ ਉਚਾਰਦੇ, ਜੋ ਮਨ 'ਚ ਚਿਤਵਦੇ ਆਂ। ਔਰ ਜੋ ਅਸੀਂ ਜ਼ੁਬਾਨ ਤੋਂ ਕਹਿੰਦੇ ਆ ਉਹ ਸਾਡਾ ਪ੍ਰੈਕਟੀਕਲ ਨਹੀਂ ਹੁੰਦਾ, ਉਹ ਅਸੀਂ ਕਰਦੇ ਨਹੀਂ ਆ। ਸਾਡੇ ਤਿੰਨਾਂ ਵਿੱਚ ਹੀ ਗੜਬੜ ਹੈ। ਮੈਂ ਮਨ 'ਚ ਮਾੜਾ ਸੋਚਿਆ ਕਿਸੇ ਪ੍ਰਤੀ, ਮਾੜੇ ਖਿਆਲਾਤ ਪ੍ਰਗਟ ਕੀਤੇ ਨੇ ਕਿਸੇ ਪ੍ਰਤੀ, ਮੈਂ ਆਪਣੀ ਜ਼ੁਬਾਨ ਤੋਂ ਨਹੀਂ ਬੋਲਾਂਗਾ। ਔਰ ਜੋ ਮੈਂ ਜ਼ੁਬਾਨ ਤੋਂ ਗਿਆਨਮਈ ਬਾਤਾਂ ਕਹਾਂਗਾ ਉਹਦੇ ਮੁਤਾਬਕ ਚੱਲਾਂਗਾ ਨਹੀਂ। ਇਹ ਸਾਡੀ ਸਾਰਿਆਂ ਦੀ ਪ੍ਰਵਿਰਤੀ ਹੈ। ਜਿਹੜਾ ਗੁਰਮੁਖ ਸਾਧਕ ਹੈ ਉਹਦੇ ਮਨ ਵਿੱਚ ਜੋ ਚਿੰਤਨ ਹੈ ਉਹੀ ਰਸਨਾ ਤੇ ਹੈ, ਔਰ ਜੋ ਰਸਨਾ ਤੇ ਹੈ ਉਹੀ ਉਹਦੇ ਕਰਮ ਵਿੱਚ ਹੈ। ਜਦੋਂ ਮਨ ਬਚ ਕਰਮ ਵਿੱਚ ਇੱਕੋ ਸੂਤਰ ਪਰੋਇਆ ਜਾਂਦਾ ਹੈ, ਇਹਨਾਂ ਤਿੰਨਾਂ ਵਿੱਚ ਮਨ ਬਚ ਕਰਮ ਤਿੰਨਾਂ ਵਿੱਚ ਇੱਕੋ ਸੂਤਰ ਪਰੋਇਆ ਜਾਂਦਾ, ਉਦੋਂ ਫਿਰ ਜੋ ਕਹਿੰਦਾ ਉਹ ਸੱਚ ਹੋ ਜਾਂਦਾ। ਮਨ ਬਚ ਕਰਮ ਜਦੋਂ ਤਿੰਨੇ ਇੱਕ ਹੋ ਜਾਂਦੇ ਨੇ, ਮਨ ਬਚ ਕਰਮ ਕਰਕੇ ਫਿਰ ਜੋ ਇਹਦੀ ਰਸਨਾ ਤੋਂ ਉਚਾਰਿਆ ਜਾਂਦਾ, ਜੋ ਇਹ ਸੁਤੇ ਸਿੱਧ ਵੀ ਉਚਾਰਦਾ ਉਹ ਸੱਚ ਹੋ ਜਾਂਦਾ। ਤੋ ਇੱਥੇ ਪਾਤਸ਼ਾਹ ਕਹਿੰਦੇ, ਹੇ ਭਾਈ, ਮਨ ਕਰਕੇ, ਬਚਨ ਕਰਕੇ ਔਰ ਕਰਮ ਕਰਕੇ ਇੱਕ ਪ੍ਰਭੂ ਅਕਾਲ ਪੁਰਖ ਨੂੰ ਜਿਹੜੇ ਗੁਰਮੁਖ ਧਿਆਉਂਦੇ ਨੇ, ਮਨ ਕਰਕੇ ਵੀ, ਬਚਨ ਕਰਕੇ ਵੀ ਔਰ ਕਰਮ ਕਰਕੇ ਵੀ। ਅਸੀਂ ਮਨ ਕਰਕੇ ਭਾਵੇਂ ਕੁਝ ਹੋਰ ਸੋਚੀਏ, ਰਸਨਾ ਕਰਕੇ ਵਾਹਿਗੁਰੂ ਵਾਹਿਗੁਰੂ ਕਰ ਹੀ ਲੈਨੇ ਆ, ਔਰ ਕਰਮ ਕਰਕੇ ਭਾਵੇਂ ਜਿੰਨੀਆਂ ਮਰਜ਼ੀ ਠੱਗੀਆਂ ਠੋਰੀਆਂ ਕਰੀ ਜਾਈਏ, ਉਹਦੇ ਵਿੱਚ ਵੀ ਫਰਕ ਹੈ। ਜੇ ਰਸਨਾ ਦੁਆਰਾ ਵਾਹਿਗੁਰੂ ਕਹਿੰਦੇ ਆ ਤਾਂ ਉਹ ਮਨ ਵਿੱਚ ਵੀ ਹੋਵੇ ਔਰ ਕਰਮ ਦੇ ਵਿੱਚ ਦਇਆ ਹੋਵੇ, ਨੇਕ ਨੀਅਤ ਹੋਵੇ, ਪਰਉਪਕਾਰੀ ਬਿਰਤੀ ਹੋਵੇ, ਤਾਂ ਜਾ ਕੇ ਗੱਲ ਬਣਦੀ। ਜਦੋਂ ਮਨ ਬਚ ਕਰਮ ਤਿੰਨੇ ਇੱਕ ਹੋ ਜਾਂਦੇ ਨੇ, ਉਸ ਵਕਤ ਫਿਰ ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਵਿੱਚ ਨਾ ਆਇਓ। ਉਹ ਇੱਕ ਛਿਨ ਫਿਰ ਇਹੋ ਜਿਹਾ ਛਿਨ ਬਣ ਜਾਂਦਾ ਜਿਸ ਵਿੱਚ ਪਰਮੇਸ਼ਰ ਨੂੰ ਧਿਆਉਂਦਿਆਂ ਮੁੜ ਕੇ ਜੀਵ ਨੂੰ ਕਾਲ ਦੀਆਂ ਫਾਹੀਆਂ ਨਹੀਂ ਪੈਂਦੀਆਂ। ਇਹ ਕਾਲ ਦੀਆਂ ਫਾਹੀਆਂ ਵਿੱਚ ਨਹੀਂ ਆਉਂਦਾ। ਮਨ ਬਚ ਕਰਮ ਪ੍ਰਭ ਏਕ ਧਿਆਏ। ਸਾਡੇ ਕੋਲ ਸਾਡੀ ਰਸਨਾ ਤੇ ਜਿਹੜਾ ਉਪਦੇਸ਼ ਹੈ ਉਹ ਲੋਕਾਂ ਲਈ ਹੈ, ਦੁਨੀਆ ਲਈ ਹੈ। ਤੁਸੀਂ ਇਦਾਂ ਕਰੋ, ਤੁਸੀਂ ਇਦਾਂ ਕਰੋ। ਤਕਰੀਬਨ ਕੁੱਲ ਮਿਲਾ ਕੇ ਉਹ ਸਾਰਾ ਗਿਆਨ ਅਸੀਂ ਲੋਕਾਂ ਲਈ ਵੰਡਣ ਵਾਸਤੇ ਤਿਆਰ ਹਾਂ। ਰਸਨਾ ਦੁਆਰਾ ਕਿਸੇ ਨੂੰ ਕੋਈ ਸਮੱਸਿਆ ਦੱਸੋ, ਤੁਹਾਨੂੰ ਜੇ 10 ਬੰਦੇ ਬੈਠੇ ਨੇ ਨਾ ਤੇ 10 ਹੀ ਸਲਾਹ ਦੇਣਗੇ, ਇਦਾਂ ਕਰੋ, ਇਦਾਂ ਕਰੋ, ਆਹ ਖਾਓ, ਆਹ ਛੱਡੋ। ਹਾਲਾਂਕਿ ਉਹਨਾਂ 10 ਵਿੱਚੋਂ ਆਪ ਕਿਸੇ ਨੇ ਵੀ ਉਹ ਕਿਰਿਆ ਨਹੀਂ ਕੀਤੀ ਹੁੰਦੀ। ਪੁੱਛੋ ਭਾਈ ਤੂੰ ਇਹ ਵਰਤ ਕੇ ਵੇਖੀ ਐ ਸ਼ੈ? ਕਹਿੰਦਾ ਨਹੀਂ, ਮੈਨੂੰ ਫਲਾਣੇ ਨੇ ਦੱਸੀ ਸੀ, ਤੂੰ ਵਰਤ ਕੇ ਵੇਖ ਲੈ। ਕੇਵਲ ਉਹ ਗਿਆਨ ਦੂਜੇ ਵਾਸਤੇ ਰੱਖਿਆ ਹੋਇਆ। ਸਾਧਕ ਦੇ ਮਨ ਬਚ ਕਰਮ ਤਿੰਨਾਂ ਵਿੱਚ ਇੱਕੋ ਹੈ। ਤੋ ਸਾਹਿਬ ਕਹਿੰਦੇ ਭਾਈ, ਮਨ ਬਚ ਔਰ ਕਰਮ ਕਰਕੇ ਇੱਕ ਪ੍ਰਭੂ ਅਕਾਲ ਪੁਰਖ ਜੀ ਨੂੰ ਧਿਆਓ। ਸਰਬ ਫਲਾ ਸੋਈ ਜਨ ਪਾਈ। ਜਿਹੜੇ ਮਨ ਬਚ ਕਰਮ ਕਰਕੇ ਇੱਕ ਪ੍ਰਭੂ ਨੂੰ ਧਿਆਉਂਦੇ ਨੇ, ਉਹਨਾਂ ਨੂੰ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ। ਸਰਬ ਫਲਾ ਸੋਈ ਜਨ ਪਾਏ। ਉਸ ਜਨ ਨੂੰ ਸਾਰੇ ਹੀ ਫਲ ਪ੍ਰਾਪਤ ਹੋ ਜਾਂਦੇ ਨੇ। ਉਹ ਸਰਬ ਫਲਾਂ ਦੇ ਸਹਿਤ ਹੋ ਜਾਂਦਾ। ਉਹਨੂੰ ਕੋਈ ਕਾਂਖਾ ਹੀ ਨਹੀਂ ਰਹਿ ਜਾਂਦੀ ਵੀ ਮੈਂ ਹੋਰ ਕੀ ਮੰਗਣਾ, ਕਿਉਂਕਿ ਮਨ ਵਿੱਚ ਵੀ ਇੱਕ ਦਾ ਚਿੰਤਨ ਚੱਲ ਰਿਹਾ। ਜਦੋਂ ਮਨ ਇੱਕ ਵਿੱਚ ਹੀ ਪਰੋਇਆ ਗਿਆ, ਫਿਰ ਉਸ ਮਨ 'ਚ ਫੁਰਨਾ ਕਿੱਥੇ ਫੁਰਨਾ ਸੀ? ਮੈਨੂੰ ਆਹ ਚਾਹੀਦਾ, ਆਹ ਮਿਲ ਜਾਏ। ਕਿਉਂਕਿ ਜੇ ਮਨ 'ਚ ਚਿੰਤਨ ਹੀ ਇੱਕ ਦਾ ਚੱਲ ਰਿਹਾ, ਫਿਰ ਤਾਂ ਇਸ ਮਨ ਵਿੱਚ ਕੋਈ ਕਾਂਖਾ ਹੀ ਨਹੀਂ ਉਪਜਣੀ, ਫਿਰ ਤਾਂ ਸੰਤੁਸ਼ਟੀ ਆ ਗਈ।
ਉਸ ਸੰਤੁਸ਼ਟੀ ਦੀ ਅਵਸਥਾ ਨੂੰ ਮੇਰੇ ਗੁਰਦੇਵ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਹੋ ਜਾਣਾ, ਸੰਤੁਸ਼ਟ ਹੋ ਜਾਣਾ। ਹਾਂਜੀ। ਤਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਜਿਨ੍ਹਾਂ ਤੇ ਆਪਣਾ ਅਨੁਗ੍ਰਹ ਕਰਕੇ, ਆਪਣਾ ਤਰਸ ਕਰਕੇ ਵਾਹਿਗੁਰੂ ਨੇ ਜਿਨ੍ਹਾਂ ਨੂੰ ਆਪਣਾ ਕਰ ਲਿਆ, ਵੀ ਆ ਹੁਣ ਮੇਰੇ ਖਜ਼ਾਨੇ ਚ ਨੇ, ਆ ਹੁਣ ਮੇਰੇ ਨੇ, ਜਿਨ੍ਹਾਂ ਤੇ ਅਨੁਗ੍ਰਹ ਕਰਕੇ, ਕਿਰਪਾ ਕਰਕੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਕਰ ਲਿਆ, ਕੇਵਲ ਨਾਮ ਭਗਤ ਰਸ ਦੀਨਾ, ਉਹਨਾਂ ਨੂੰ ਕੇਵਲ ਨਾਮ ਤੇ ਭਗਤੀ ਦਾ ਰਸ ਵਾਹਿਗੁਰੂ ਨੇ ਬਖਸ਼ ਦਿੱਤਾ। ਨਾਮ ਦਾ ਔਰ ਭਗਤੀ ਦੋਨਾਂ ਦਾ ਰਸ। ਅਸਲ ਵਿੱਚ ਨਾਮ ਦਾ ਸਿਮਰਨ ਹੀ ਭਗਤੀ ਹੈ। ਤੋ ਜੇ ਨਾਮ ਦਿੱਤਾ ਤੇ ਭਗਤੀ ਦਾ ਰਸ ਵੀ ਉਹ ਵੀ ਨਾਲ ਦੇ ਦਿੱਤਾ। ਆਦ ਮਧ ਅੰਤ ਪ੍ਰਭ ਸੋਈ, ਆਦ ਪਹਿਲਾਂ, ਮੱਧ ਹੁਣ, ਵਰਤਮਾਨ ਵਿੱਚ ਔਰ ਅੰਤ ਜਦੋਂ ਕੁਝ ਵੀ ਨਾ ਰਹੇਗਾ। ਤਿੰਨਾਂ ਕਾਲਾਂ ਵਿੱਚੋਂ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੀ ਹਸਤੀ ਹੈ, ਜੋ ਆਦ ਪਹਿਲਾਂ ਵੀ ਸੀ, ਹੁਣ ਵੀ ਹੈ, ਜਦੋਂ ਇਹ ਸਭ ਕੁਝ ਸਿਮਟ ਜਾਏਗਾ ਉਦੋਂ ਵੀ ਰਹੇਗਾ। ਨਾਨਕ ਤਿਸ ਬਿਨਾ ਅਵਰ ਨਾ ਕੋਈ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤਿਸ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਤਿੰਨਾਂ ਕਾਲਾਂ ਵਿੱਚ ਉਹੀ ਹੈ।